बदन ज़मीं पे तो नेज़े पे तेरा सर देखा, हुसैन जब तुझे देखा बुलंद 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 तर देखा। लाहौरी तड़का चैनल की तमाम वीडियोस देखने के लिए हमारा चैनल सब्सक्राइब करें और साथ में दिए गए बेल आइकन को प्रेस करके ऑल नोटिफिकेशन को सिलेक्ट करें ताकि आप तक हमारी तमाम वीडियोस बआसानी पहुंच सकें। बिस्मिल्लाहिर्रहमानिर्रहीम। अस्सलाम वालेकुम दोस्तों, मैं ਤੁਹਾਡਾ ਆਪਣਾ ਵੀਰ ਤੁਹਾਡਾ ਹੋਸਟ ਅਮੀਨ ਰਾਜਾ ਤੇ ਤੁਸੀਂ ਵੇਖ ਰਹੇ ਹੋ ਆਪਣਾ ਫੇਵਰਿਟ YouTube ਚੈਨਲ ਲਾਹੌਰੀ ਤੜਕਾ। ਲਾਹੌਰੀ ਤੜਕਾ ਦੇ ਵੇਖਣ ਵਾਲਿਆਂ ਵਾਸਤੇ ਅੱਜ ਜਿਹੜਾ ਪ੍ਰੋਗਰਾਮ ਮੈਂ ਫੁੱਲ ਤੱਤੀ ਚਾਹ ਵਿਦ ਅਮੀਨ ਰਾਜਾ ਪ੍ਰੋਗਰਾਮ ਦੇ ਵਿੱਚ ਜਿਹੜੀ ਸੈਲੀਬ੍ਰਿਟੀ ਦੇ ਘਰ ਅੱਜ ਅਸੀਂ ਫੁੱਲ ਤੱਤੀ ਚਾਹ ਪੀਣ ਵਾਸਤੇ ਆਏ ਹਾਂ, ਉਹ ਐਡਾ ਕੁ ਵੱਡਾ ਨਾਂ ਹੈ, ਬਰਸਗੀਰ ਪਾਕੋ ਹਿੰਦ ਐਡਾ ਵੱਡਾ ਨਾਂ ਹੈ ਕਿ ਤੁਸੀਂ ਅੱਜ ਦੇਖੋਗੇ ਤਾਂ ਇਨਸ਼ਾਅੱਲਾ ਤੁਹਾਡੀ ਤਬੀਅਤ ਖੁਸ਼ ਹੋ ਜਾਏਗੀ। ਉਹਨਾਂ ਦੀ ਗੁਫ਼ਤਗੂ ਸੁਣਨਾ ਚਾਹੁੰਦੇ ਨੇ ਬਹੁਤ ਸਾਰੇ ਲੋਕ ਬੜੀ ਦੇਰ ਦੇ, ਤੇ ਅੱਜ ਮੈਂ ਬੜੀ ਕਾਵਿਸ਼ ਤੋਂ ਬਾਅਦ ਅੱਜ ਉਹਨਾਂ ਦਾ ਘਰ ਲੱਭਿਆ, ਉਹਨਾਂ ਕੋਲ ਟਾਈਮ ਲਿਆ ਤੇ ਅੱਜ ਅਸੀਂ ਉਹਨਾਂ ਦੇ ਨਾਲ ਉਹਨਾਂ ਦੇ ਕੋਲ ਬੈਠੇ ਹਾਂ। ਉਹਨਾਂ ਦੀ ਇੱਕ ਛੋਟੀ ਜਿਹੀ ਮਿਸਾਲ ਮੈਂ ਦੇਣਾ ਚਾਹਾਂਗਾ ਕਿ ਇੱਕ ਪੰਜਾਬੀ ਦੀ ਮਿਸਾਲ ਹੈ। ਲੋਕ ਕਹਿੰਦੇ ਨੇ ਬਿਨਾਂ ਮੁਰਸ਼ਿਦਾਂ ਰਾਹ ਨਹੀਂ ਹੱਥ ਹੁੰਦੇ, ਦੁੱਧਾਂ ਬਾਜ ਨਾ ਰਿੱਝਦੀ ਖੀਰ ਸਾਈਂ। ਉਸਤਾਦ ਦਾ ਹੋਣਾ ਬਹੁਤ ਜ਼ਰੂਰੀ ਹੈ, ਖੁਆ ਕੋਈ ਵੀ ਕੰਮ ਹੈ। ਤੇ ਮਿਊਜ਼ਿਕ ਫੀਲਡ ਮੌਸੀਕੀ ਫੀਲਡ ਦੇ ਵਿੱਚ ਅੱਜ ਬਹੁਤ ਵੱਡੇ ਵੱਡੇ ਨਾਂ ਸੁਣਨੇ ਆ, ਉਹ ਲੋਕ ਜਿਨ੍ਹਾਂ ਨੇ ਪੂਰੀ ਦੁਨੀਆ ਤੇ ਆਪਣੇ ਨਾਂ ਦੀ ਇੱਕ ਛਾਪ ਛੱਡੀ, ਤੇ ਉਹਨਾਂ ਦੇ ਪਿੱਛੇ ਇੱਕ ਉਸਤਾਦ ਹੁੰਦਾ ਹੈ। ਬਗੈਰ ਉਸਤਾਦ ਤੋਂ ਲੋਕ ਇਹ ਕਿਸੇ ਮਕਾਮ ਤੱਕ ਨਹੀਂ ਪਹੁੰਚ ਸਕਦੇ। ਅੱਜ ਜਿਹੜੀ ਸੈਲੀਬ੍ਰਿਟੀ ਦੇ ਕੋਲ ਮੈਂ ਬੈਠਾ ਹਾਂ ਉਹ ਬਹੁਤ ਅੱਛੇ ਗਾਇਕ ਨੇ, ਬਹੁਤ ਵੱਡੇ ਪਟਿਆਲਾ ਘਰਾਣੇ ਦੇ ਬਹੁਤ ਵੱਡੇ ਗਾਇਕ ਨੇ, ਤੇ ਉਸ ਤੋਂ ਇਲਾਵਾ ਬਹੁਤ ਅੱਛੇ ਉਸਤਾਦ ਵੀ ਨੇ। ਮੇਰੀ ਮੁਰਾਦ ਜਨਾਬ ਉਸਤਾਦ ਗੁਲਾਮ ਹੁਸੈਨ ਲਾਲੀ ਸਾਹਿਬ ਦੇ ਨਾਲ ਨੇ। ਗੁਲਾਮ ਹੁਸੈਨ ਲਾਲੀ ਸਾਹਿਬ ਨੂੰ ਸਭ ਤੋਂ ਪਹਿਲੇ ਆਪਣੇ ਪ੍ਰੋਗਰਾਮ 'ਚ ਵੈਲਕਮ ਕਰ। अस्सलाम वालेकुम उस्ताद जी। अस्सलाम वालेकुम जी। वालेकुम सलाम। उस्ताद जी की हाल है ਤੁਹਾਡਾ? शुक्र अल्लाह पाक दा, बहुत शुक्र। तबीयत से ठीक है? बहुत शुक्र अल्लाह पाक ਦੀ ਬੜੀ ਕਰਮ ਵਾਸ। ਮਾਸ਼ਾਅੱਲਾ ਉਸਤਾਦ ਜੀ, ਤੁਹਾਨੂੰ ਅੱਜ 20 ਸਾਲ ਤੋਂ ਮੈਂ ਦੇਖ ਰਿਹਾ। 20 ਸਾਲ ਪਹਿਲੇ ਵੀ ਇੰਜ ਹੀ ਸੀ, ਅੱਜ ਵੀ ਉਸ ਤਰ੍ਹਾਂ ਹੀ। ਉਹਦਾ ਕਰਮ, ਅੱਲਾਹ ਪਾਕ ਦਾ ਕਰਮ। ਮਾਸ਼ਾਅੱਲਾ 20 ਸਾਲ ਪਹਿਲੇ ਵੀ ਉਸਤਾਦ ਗੁਲਾਮ ਹੁਸੈਨ ਲਾਲੀ ਸਾਹਿਬ ਇਸ ਤਰ੍ਹਾਂ ਜਵਾਨ ਯੰਗ ਤੇ ਫੁੱਲ ਲੁੱਕਡ, ਯਾਨੀ ਕਿ ਅਟਰੈਕਟਿਵ ਬॉय ਹੀਰੋ ਟਾਈਪ। ਅੱਜ ਵੀ ਮਾਸ਼ਾਅੱਲਾ 20 ਸਾਲ ਬਾਅਦ ਵੀ ਬੱਚੇ ਜਵਾਨ ਹੋ ਗਏ ਨੇ, ਲੇਕਿਨ ਅੱਜ ਵੀ ਉਸਤਾਦ ਵੈਸੇ ਦੇ ਵੈਸੇ। ਉਸਤਾਦ ਜੀ, ਮੇਰੇ ਜਿਹੜੇ ਸੁਣਨ ਵਾਲੇ ਨੇ, ਮੇਰੇ ਵੇਖਣ ਵਾਲੇ ਨੇ, ਜ਼ਰਾ ਥੋੜ੍ਹਾ ਜਿਹਾ ਉਹਨਾਂ ਨੇ ਦੱਸੋ ਕਿ ਤੁਹਾਡਾ ਨਾਮ ਗੁਲਾਮ ਹੁਸੈਨ ਬਹੁਤ ਪਿਆਰਾ, ਬਹੁਤ ਖੂਬਸੂਰਤ ਨਾਮ ਹੈ ਬਿਲਾਸ਼ੁਬਾ। ਇਹ ਲਾਲੀ ਖਾਨ ਤੁਹਾਨੂੰ ਕਿਉਂ ਲੋਕ ਕਹਿੰਦੇ ਨੇ? ਮੈਂ ਨਾਮ ਮੇਰਾ ਗੁਲਾਮ ਹੁਸੈਨ ਜੀ। ਉਹ ਵਾਲਦਾ ਮੈਂ ਜਦੋਂ ਪੈਦਾ ਹੋਇਆ ਤਾਂ ਹਰ ਬੱਚਾ ਆਪਣੀ ਮਾਂ ਨੂੰ ਅੱਛਾ ਹੀ ਲੱਗਦਾ ਹੈ ਜੀ 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 ਜੀ। ਤੇ ਉਹ ਵਾਲਦਾ ਨੂੰ ਮੈਂ ਇੰਨਾ ਖੂਬਸੂਰਤ ਲੱਗ ਰਿਹਾ ਸੀ, ਤੇ ਉਹ ਲਾਲੀ ਲਾਲੀ ਕੇ ਉਹਨੇ ਕਿਹਾ। ਚਿਹਰੇ ਤੇ ਮਾਸ਼ਾਅੱਲਾ ਲਾਲੀ ਬਹੁਤ ਹੋਣੀ ਹੈ ਨਾ। ਉਹ ਬੱਚੇ ਦੇ ਜ਼ਾਹਿਰ ਕੋਈ ਹੋਇਆ, ਉਹਦਾ ਚਿਹਰਾ ਖੂਬਸੂਰਤ ਹੀ ਲੱਗ ਰਿਹਾ, ਮਾਸੂਮ, ਯਾਨੀ ਕਿ ਪੈਦਾਇਸ਼ੀ ਸ਼ੁਰੂ ਤੋਂ ਹੀ ਨਿਕਨੇਮ ਮਾਂ ਜੀ ਹੋਰਾਂ ਨੇ ਉਹ ਐਸਾ ਦਿੱਤਾ ਹੈ। ਫਿਰ ਉਹ ਮੈਂ ਉਹਨੂੰ ਜ਼ਿੰਦਗੀ ਦਾ ਇੱਕ ਆਮ ਬਣਾ ਲਿਆ ਕਿ ਮੇਰੀ ਜ਼ਿੰਦਗੀ ਦੇ ਨਾਲ ਮੇਰੀ। ਅੱਜ ਲੋਕ ਜਿਹੜੇ ਬਹੁਤ ਕਰੀਬੀ ਲੋਕ ਜਾਣਦੇ ਨੇ, ਜਿਹੜੇ ਪਰਸਨਲ ਜਾਣਦੇ ਨੇ, ਉਹਨਾਂ ਨੂੰ ਪਤਾ ਹੈ ਉਸਤਾਦ ਗੁਲਾਮ ਹੁਸੈਨ ਲਾਲੀ, ਨਹੀਂ ਤਾਂ ਲਾਲੀ ਖਾਨ ਹੀ ਲੋਕ ਜ਼ਿਆਦਾ ਲੋਕ। ਅੱਛਾ ਉਸਤਾਦ ਜੀ, ਖਾਨਦਾਨੀ ਕੰਮ ਹੀ ਗਾਣਾ ਵਜਾਣਾ ਹੈ ਵੱਡਿਆਂ ਤੋਂ, ਥੋੜ੍ਹਾ ਜਿਹਾ ਆਪਣੇ ਘਰਾਣੇ ਦਾ ਤਾਰਫ ਕਰਾਓਗੇ? ਬਿਲਕੁਲ ਜ਼ਰੂਰ। ਮੇਰੇ ਘਰਾਣੇ ਦਾ ਜਨਾਬ ਤਾਰਫ ਹੈ ਕਿ ਮੇਰੇ ਦਾਦਾ ਜੀ, ਮੇਰੇ ਪੜਦਾਦਾ ਜੀ, ਦਾਦਾ ਜੀ ਮੇਰੇ ਮੌਲਾ ਬਖਸ਼ ਤਾਰੀਆ ਬਹੁਤ ਅੱਛਾ ਸਿਤਾਰ ਵਜਾਉਂਦੇ ਸਨ, ਔਰ ਅੱਛੇ ਲੋਕਾਂ ਨਾਲ। ਜਰਨੈਲ ਸਾਹਿਬ ਦੇ ਕਾਰਪੋਰੇਟ ਦੇ ਉਹ ਜਿਸ ਦੌਰਾਨ ਜਰਨੈਲ ਸਾਹਿਬ ਨੇ ਪਰਫਾਰਮ ਕੀਤੀ ਹੈ, ਉਸ ਤੋਂ ਉਹਨਾਂ ਨੇ ਵੀ ਉਸ ਦੌਰਾਨ ਹੀ ਪਰਫਾਰਮ ਕੀਤਾ, ਸਿਤਾਰ ਵਜਾਉਂਦੇ ਨੇ ਦਾਦਾ ਜੀ। ਅਤੇ ਫਿਰ ਦਾਦਾ ਜੀ ਤੋਂ ਕੰਮ ਚੱਲਦਾ ਫਿਰ ਵਾਲਦ ਸਾਹਿਬ ਤੱਕ ਆਇਆ, ਤਾਲਿਬ ਹੁਸੈਨ ਜਾਫਰੀ ਸਾਹਿਬ। ਬਿਲਾਸ਼ੁਬਾ ਬਹੁਤ ਵੱਡਾ ਨਾਮ। ਸਾਰੀਆਂ ਸਿੰਗਰਾਂ ਤਕਰੀਬਨ। ਬਖਸ਼ੀ ਵਜ਼ੀਰ ਮੌਸੀਕਾਰ ਮੇਰੇ ਵਾਲਦ ਸਾਹਿਬ ਦੇ ਸ਼ਾਗਿਰਦ। ਬਖਸ਼ੀ ਵਜ਼ੀਰ ਮੌਸੀਕਾਰ ਬਹੁਤ ਵੱਡਾ ਨਾਂ ਹੈ, ਉਹ ਵੀ ਉਸਤਾਦ ਗੁਲਾਮ ਹੁਸੈਨ ਲਾਲੀ ਸਾਹਿਬ ਦੇ ਵਾਲਦ ਸਾਹਿਬ ਦੇ ਸ਼ਾਗਿਰਦ ਨੇ। ਉਸ ਤੋਂ ਇਲਾਵਾ ਜਿੰਨੇ ਵੀ ਇਸ ਟਾਈਮ ਸਿੰਗਰਾਂ, ਸ਼ਬਨਮ ਮਜੀਦ, ਨੂਰਾ ਲਾਲ, ਸਾਇਰਾ ਨਸੀਮ, ਕਾਫੀ ਮਿਊਜ਼ੀਸ਼ੀਅਨ ਮੇਰੇ ਵਾਲਦ ਸਾਹਿਬ ਨੇ ਬਣਾਏ। ਪਾਕਿਸਤਾਨ ਫਿਲਮ ਇੰਡਸਟਰੀ 'ਚ ਇੱਕ ਸਾਜ਼ ਮੇਰੇ ਵਾਲਦ ਸਾਹਿਬ ਨੇ ਐਸਾ ਇਜਾਦ ਕੀਤਾ ਜਿਹੜਾ ਕਿ ਉਹਦਾ ਦੂਸਰਾ ਅੱਜ ਤੱਕ ਕਿਸੇ ਨੇ ਵਜਾਇਆ ਨਹੀਂ। ਚੰਗ ਇੱਕ ਸਾਜ਼ ਹੈਗਾ ਜਿਹੜਾ ਕਿ ਤੁਹਾਨੂੰ ਮੈਂ ਵਜਾ ਕੇ ਦਿਖਾਵਾਂਗਾ ਨੈਕਸਟ ਜਦੋਂ ਜੀ ਇਨਸ਼ਾਅੱਲਾ ਦੇਖਨੇ ਆ। ਤੇ ਉਹ ਵਾਲਦ ਸਾਹਿਬ ਨੇ ਇਜਾਦ ਕੀਤਾ। ਵਾਹ ਜੀ ਵਾਹ, ਯਾਨੀ ਕਿ ਇਜਾਦ ਹੀ ਆਪਣੀ। 3000 4000 ਅਸੀਂ ਗਾਣਾ ਵਜਾ ਚੁੱਕੇ ਹਾਂ ਉਹਦਾ ਤਕਰੀਬਨ। ਵਾਹ ਜੀ ਵਾਹ ਮਾਸ਼ਾਅੱਲਾ, 3 ਤੋਂ 4000 ਰੇਡੀਓ ਤੇ ਸਿਰਫ ਅਸੀਂ ਵਜਾਇਆ। ਇਹ ਅੱਲਾਹ ਤਾਲਾ ਦੀ ਸਾਡੀ ਬੜੀ ਮੇਰੇ ਵਾਲਦ ਸਾਹਿਬ ਨੇ ਅਮਲੀ ਤੌਰ ਤੇ ਬਕਾਇਦਾ ਇਸ ਫੀਲਡ 'ਚ ਕਿਦੋਂ ਐਂਟਰੀ ਦਿੱਤੀ ਕਿ ਹੁਣ ਮੈਂ ਆਪਣਾ ਬਕਾਇਦਾ ਕੰਮ ਸ਼ੁਰੂ ਕਰਨਾ ਹੈ? ਮੈਂ ਪਹਿਲੇ ਸਭ ਤੋਂ ਕਿਉਂਕਿ ਇਹਦੀ ਬੇਸਿਕ ਨਾ ਹੋਵੇ ਤਾਂ ਬੰਦਾ ਕੁਛ ਨਹੀਂ ਕਰ ਸਕਦਾ। ਬੇਸਿਕ ਕਿਸੇ ਵੀ ਕੰਮ ਦੀ ਹੋਣੀ ਜ਼ਰੂਰੀ ਹੈ। ਉਹ ਵਾਲਿਦ ਸਾਹਿਬ ਦਾ ਨਾਲ ਮੈਂ ਐਜ਼ ਅ ਅਸਿਸਟੈਂਟ ਉਹਨਾਂ ਨੂੰ ਫੋਲੋ ਕਰਦਾ ਰਿਹਾ। ਵਾਲਿਦ ਸਾਹਿਬ ਨੇ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਸ਼ਫਕਤ ਦਾ ਹੱਥ ਰੱਖਿਆ। ਮੇਰੇ ਵਾਲਿਦ ਸਾਹਿਬ
क्लासिकल सीखा उन्होंने काफ़ी, फिर कंपोजिशन सीखी, फिर ट्यूना बनानियाँ सीखियाँ। वाह जी वाह, बहुत बड़ा काम। तो मैं ऐसी अच्छी कंपोजिशन की थी कि मैं फिल्म की ओपनिंग कर रही थी तो बख्शी वजीर मौसीकार साहब आ गए कि यार सानू बड़ी खुशी, मैं लाली तो फिल्म का म्यूजिक दे रहा। मैं कि जी ऐसे अच्छा सुनाओ हाँ की तुसी गाना बनाया। वो गाना मैं सुनाया तो उन्होंने एडा खुश होकर मैंने कहने लगे, अच्छे लोग सन ना, मेरी इन्नी हौसला अफजाई की थी, कहने कि वाह भाई वाह मेरे उस्ताद दियाँ खैर यार क्या बात है, एड्डी अच्छी कंपोजिशन की थी, मेरा दिल खुश हो गया। तो वो फिर मैंने हौसला अफजाई ऐसी मैंने मिली वो अच्छे लोगों की, जी जी तो जिहदी वजह तो फिर मैं इस काम नूं ज़्यादा करदा करदा मैं को 35 साल तकरीबन 30-35 साल मैं माशाअल्लाह। मौसीकी दे वो मैं फिल्मां कर रहा सी एज ए म्यूजिक डायरैक्टर। तो वो उस्ताद फतेह अली खान साहब नूं मैं सुन लिया, वाह जी अब्बा जी दी रिकार्डिंग ते आए सी, तो वो मैं सुनिया तो मेरे दिल च नीचे आया कि यार तेन होर सीखना चाहिए ਹੋਰ ਸਿੱਖਣਾ ਚਾਹੀਦਾ ਮਜ਼ੀਦ ਅੱਗੇ। मजीद एक वो फिर मैं कोई 18-19 साल उस्ताद फतेह अली खान साहब दी ਵਾਹ मैं ਵਾਹ ਵਾਹ। मैं वो उन्होंने कोलों उन्होंने मेरे ते शफकत दात रखे। फिर काफ़ी क्लासिकल जरा है मैं वो उस्ताद होना को उस्ताद फतेह अली खान साहब को सीखे। ਵਾਹ ਜੀ ਵਾਹ। तो अज उन्होंने दुआवां ने अज मैं काम करना तो वो काफ़ी लोग कहते हैं जी ताडे उस्ताद की खुशबू आती, तो मैं कहा जी ये ताड़ी जरा नवाजी, मैं तो हाले भी कमी महसूस कर रही बेशक। कि वो मैं उन्होंने वर्गा कोई बंदा है दूसरा हसानी मैं नहीं देखा अपने उस्ताद जी वर्गा। ਵਾਹ ਜੀ ਵਾਹ। फतेह अली खान साहब भी कोई नहीं, ਇੱਕੋ ਹੀ ਹੋਏ ਨੇ ਬੇਸ਼ੱਕ ਕਿਸੇ। अमानत अली खान फतेह अली खान ਇੱਕੋ ਹੀ। पटियाला घराना दे लाजवाब। ਵਾਹ ਜੀ ਵਾਹ। ਉਸ ਤੋਂ ਔਰ ਤੁਸੀਂ ਯਕੀਨ ਮੰਨੋ ਮੈਨੂੰ ਗੱਲ ਕਰਨਾ ਜ਼ਰੂਰੀ ਪਵੇਗੀ, ਤੁਸੀਂ ਬਹੁਤ ਅੱਛਾ ਇਹ ਕਰ ਰਹੇ ਹੋ ਕਿ ਤੁਸੀਂ ਆਰਟਿਸਟਾਂ ਦੇ ਲੋਕ ਤੇ ਕਹਿੰਦੇ ਨੇ ਕਿ ਸਾਡਾ ਇੰਟਰਵਿਊ, ਲੇਕਿਨ ਮੈਂ ਇਸ ਚੈਨਲ ਨੂੰ ਵੀ ਖੁਸ਼ ਆਮਦੀਦ ਕਹਿੰਦਾ ਕਿ ਇਹ ਬਹੁਤ ਅੱਛਾ ਚੈਨਲ ਹੈ ਕਿ ਆਰਟਿਸਟਾਂ ਜਿਹੜੇ ਲੋਕਾਂ ਨੂੰ ਜ਼ਿਆਦਾ ਮਤਲਬ ਨਹੀਂ ਚਾਂਸ ਮਿਲ ਰਿਹਾ, ਜੀ ਜੀ ਜੀ। ਤੁਸੀਂ ਉਹਨਾਂ ਨੂੰ ਜਾ ਕੇ ਕਹਿ ਰਹੇ ਹੋ ਕਿ ਤੁਸੀਂ ਜੀ ਇੰਟਰਵਿਊ ਕਰੋ ਤਾਂ ਕਿ ਤੁਹਾਡੀ ਕੋ ਹੌਸਲਾ ਅਫਜ਼ਾਈ ਹੋ ਕਿ ਲੋਕ ਹੌਸਲਾ ਤੁਹਾਨੂੰ ਅਫਜ਼ਾਈ ਜ਼ਿਆਦਾ ਬਹੁਤ ਜ਼ਰੂਰੀ ਹੈ ਤੇ ਤੁਹਾਡਾ ਇੰਟਰਵਿਊ ਕਰਨ ਦਾ ਮਕਸਦ ਹੈ ਕਿ ਸਾਡੀ ਹੌਸਲਾ ਅਫਜ਼ਾਈ ਹੋ ਜਾਏ। अल्लाह ताड़ी खैर करे, अल्लाह तुम सलामत रखे। तो वो मैं 18-19 साल च मेरे उस्ताद जी ने किसी ने फरमाइश पाई राग दी, ਜੀ ਜੀ तुसी यकीन करो अमीन साहब क्या बात है, उन्होंने यह नहीं कहा मैनू यह नहीं याद, ਓਏ ਹੋਏ ਹੋਏ ਹੋਏ। ਜਿਹੜਾ ਵੀ ਰਾਗ ਕਿਸੇ ਨੇ जेड़ा भी क्या ਓਏ ਹੋਏ ਹੋਏ। मैं समंदर, जो ये बंदा मेरी समंदर गल है। सुन रहा है वो बिल्कुल मैं खुदा नू हाज़र नाज़र गल करके गल ऐसे बंदे लायक आदमी घट लोग आने। ਬੇਸ਼ੱਕ ਬੇਸ਼ੱਕ ਬੇਸ਼ੱਕ। मैं नहीं मेरे उस्ताद ने पूरी दुनिया जानती है अमानत अली खान फतेह अली खान लाजवाब। ਬੇਸ਼ੱਕ ਬੇਸ਼ੱਕ मैनू इस पासे गल करनी पई क्योंकि मैनू उन्होंने इस लायक किया सी, ਬੇਸ਼ੱਕ ਬੇਸ਼ੱਕ। ये उन्होंने इस लायक किया, ਜੀ ਜੀ मैनू गल करन दा दस्या है, मैनू उन्होंने इलम दस्या है, मैनू दुनिया दे फिरन दा दस्या ਵਾਹ ਜੀ ਵਾਹ। और बड़ा अच्छा मैनू गाइड किया उन्होंने। ਬਹੁਤ ਅੱਛਾ। अल्लाह ताला उन्होंने जन्नत च जगह देवे और बहुत लायक लोग सन। ਵਾਹ ਜੀ ਵਾਹ। और मैं रिक्वेस्ट करांगा स्टूडेंट आगे कि तुसी ना खुदारा अगर ताड़ा माँ बाप जिंदा है तो उन्होंने दी इज्जत करो, अगर ताड़ा उस्ताद जिंदा है तो उसकी इज्जत करो, इस वास्ते कि इन्हां दियां दुआवां नाल ही बंदा दुआवां- मंजिल ते बेशक, पहुंचदा है। बेशक बड़े बड़े अच्छे गायक देखे ने, वो बेचारे मैं देखे ने कुछ छोटे छोटे काम रक्शे चलाते देखे ने बड़े बड़े अच्छे गायक। वजह की उन्होंने पिछे दुआ कोई नहीं दुआ कोई नहीं, ਤੇ ਦੇਖਿਆ ਤੇ ਦੁਆ ਦੇ ਨਾਲ ਮੇਰੇ ਵਰਗੇ ਵੀ ਕਈ ਹਿੱਟ ਹੋ ਗਏ। बिल्कुल ਇਹ ਅੱਲਾ ਦੀ ਰਜ਼ਾ ਅੱਲਾ ਦੀ ਮਿਹਰਬਾਨੀ ਦੁਆ ਨਾਲ ਹੀ ਹੁੰਦੀ ਹੈ। दुआ जरूरी है। ਨਿਗਾहें मर्द मोमन से बदल जाती हैं तकदीरें। ਉਹ ਮਰਦ ਮੋਮਨ ਦੀ ਨਿਗਾਹ ਮਰਦ ਮੋਮਨ ਦੇ ਮਾਂ-ਬਾਪ ਹੀ ਨੇ ਜਾਂ ਉਸਤਾਦ ਹੀ ਹੁੰਦੇ ਨੇ। ਅੱਛਾ ਉਸਤਾਦ ਜੀ ਤੁਸੀਂ ਹੁਣ ਤੱਕ ਕਿੰਨੀਆਂ ਫਿਲਮਾਂ ਦਾ 뮤직 ਦਿੱਤਾ ਬਕਾ ਖੁਦ? मैं तो कुछ 8-10 फिल्मों का म्यूजिक दिता है ਜਿਹੜੀਆਂ ਕਿ ਸਰਫਰਸਤ ਉਹ ਮੈਂ ਕੁਝ ਫਿਲਮਾਂ ਕੰਪਲੀਟ ਹੋਈਆਂ ਕੁਝ ਨਾ ਕੰਪਲੀਟ ਹੋਈਆਂ। ਫਿਰ ਮੈਂ ਕਲਾਸੀਕਲ ਦੇ ਪਿੱਛੇ ਪੈ ਗਿਆ, ਇੰਡਸਟਰੀ ਤੇ ਮੈਂ ਚਾਹੁੰਦੀ ਸੀ ਕਿ ਕੰਮ ਕਰੇ, ਕੰਮ ਕਰੋ। ਲੇਕਿਨ ਮੈਨੂੰ ਨਾ ਉਹ ਇੱਕ ਛੋਟੀ ਜਿਹੀ ਗੱਲ ਹੈ ਕਿ ਅਜ਼ੀਮ ਕਾਦਰੀ ਸਾਹਿਬ ਮੇਰੇ ਵਾਲਾ ਸਾਹਿਬ ਨਾ ਇੱਕ ਫਿਲਮ ਦਾ ਗਾਣਾ ਬਣਾ ਰਹੇ ਸੀ, ਵਾਹ ਜੀ ਵਾਹ। ਹਜ਼ੀ ਕਰ ਰਹੇ ਅਜ਼ੀਮ ਕਾਦਰੀ ਸਾਹਿਬ, ਤੇ ਉਹ ਕਹਿੰਦੇ ਜਾਫਰੀ ਸਾਹਿਬ ਮੈਨੂੰ ਬੜਾ ਇਸ਼ਤਿਆਕ ਸੀ, ਅੱਬਾ ਕਹਿੰਦੇ ਮੈਨੂੰ ਬੜਾ ਇਸ਼ਤਿਆਕ ਸੀ। ਵਾਹ ਜੀ ਵਾਹ। ਇਹ ਗੱਲ ਮੈਂ ਇਸ ਵਾਸਤੇ ਕਰ ਰਿਹਾ ਕਿ ਇਲਮ ਸਿੱਖਣਾ ਚਾਹੀਦਾ ਬੰਦੇ ਨੂੰ। ਬੇਸ਼ੱਕ ਬੇਸ਼ੱਕ। ਉਹ ਉਹਨਾਂ ਨੇ ਹਾਲੇ ਕਿ ਉਹ ਅਜ਼ੀਮ ਕਾਦਰੀ ਸਾਹਿਬ ਸ਼ਾਇਰ ਨੇ ਗਾਣਾ ਲਿਖਣ ਵਾਸਤੇ, ਹਾਂ ਤੇ ਉਹ ਅੱਬੇ ਨੂੰ ਬੈਠਦੇ ਸਾਰੀ ਕੀ ਕਹਿੰਦੇ ਨੇ ਕਿ ਗਾਣਾ ਲਿਖੀਏ ਜਾਫਰੀ ਸਾਹਿਬ, ਉਹਨੇ ਕਹਿੰਦੀ ਲਿਖੋ ਬਿਸਮਿਲ੍ਲਾ, ਕਹਿੰਦੇ ਬਣਾਈਏ ਤਾਂ ਦਿਲ ਕਰਦਾ ਕੁਝ ਕੁਝ ਆने की बिल्कुल बिल्कुल, कहते चलो फिर राग जरा पी लो छेड़ो। ਪੀ ਲੋ। ਹਜ਼ੀ ਕਾਦਰੀ ਸਾਹਿਬ ਕਹਿ ਰਹੇ ਨੇ मेरे वाला साहब ਨੂੰ कह रहे ने पी लो कि राग पी लो छेड़ो। ਵਾਹ ਜੀ ਵਾਹ। मैं यार मैं क्या कि वो तो शायर ने उन्होंने ये राग
ਲੇਕਿਨ ਮੈਨੂੰ ਇੱਕ ਲਾਈਨ ਮਿਲੀ ਉੱਥੋਂ, ਵਾਹ ਜੀ ਵਾਹ। ਉਹ ਲਾਈਨ ਇਹ ਮਿਲੀ ਕਿ ਅੱਜ ਮੇਰੇ ਵਾਲਦ ਸਾਹਿਬ ਨੂੰ ਇੱਕ ਸ਼ਾਇਰ ਕਹਿ ਰਿਹਾ ਬੰਦਾ ਕਿ ਰਾਗ ਪੀ ਲੋ ਛੇੜੋ, ਛੇੜੋ। ਤੇ ਕੱਲ ਨੂੰ ਕੋ ਮੈਨੂੰ ਅਗਰ ਬੰਦਾ ਕਵੇ ਕਿ ਜੈਜਵੰਤੀ ਛੇੜੋ ਜੀ ਜੀ ਜੀ। ਕੋਈ ਸ਼ਾਇਰ, ਤੇ ਮੈਂ ਕਿਹਦੇ ਕੋ ਪੁੱਛਣ ਜਾਵਾਂਗਾ। ਅੱਛਾ ਉਸਤਾਦ ਜੀ, ਮਿਊਜ਼ਿਕ ਦੀਆਂ ਗੱਲਾਂ ਤੇ ਆਪਾਂ 2 ਮਹੀਨੇ ਵੀ ਕਰਦੇ ਰਹੀਏ ਤੇ ਮੇਰੇ ਖਿਆਲ ਗੱਲਾਂ ਨਹੀਂ ਮੁੱਕਣੀਆਂ ਮਾਸ਼ਾਅੱਲਾ ਹੈ ਇਹ ਨਹੀਂ ਹੈ। ਅੱਛਾ, ਜਿਹੜੇ ਖਾਨ ਸਾਹਿਬ ਲੋਕ, ਜਿਹੜੇ ਗਾਣ ਵਜਾਉਣ ਵਾਲੇ ਲੋਕ, ਜਿਹੜੇ ਸੱਚੀ ਮੁੱਚੀ ਤੁਹਾਡੇ ਵਰਗੇ ਉਸਤਾਦ ਲੋਕ ਨੇ, ਇਹ ਖਾਣ ਪੀਣ 'ਚ ਵੀ ਬੜੇ ਨਫੀਸ ਹੁੰਦੇ ਨੇ। ਯਾਨੀ ਕਿ ਅੱਛੀ ਚੀਜ਼, ਸਿਲੈਕਟਡ ਚੀਜ਼ ਪਕਾ ਕੇ ਖਾਣੀ, ਤੇ ਬਲਕਿ ਬਾਜ਼ ਕਦ ਬੜਾ ਬੜਾ ਅੱਛਾ ਕੁਝ ਖੁਦ ਵੀ ਪਕਾ ਲੈਂਦੇ ਹੁੰਦੇ ਨੇ। ਕਿਆ ਤੁਸੀਂ ਵੀ ਕੋਈ ਮਾੜਾ ਮੋਟਾ ਕੋਈ ਕੁਕੀ? ਮੈਂ ਤੇ ਖੈਰ ਨਹੀਂ ਐਡਾ, ਮੇਰੀ ਵਾਈਫ ਹੈ ਕਿ ਉਹ ਐਸੇ ਅੱਛੇ ਕਰੇਲੇ ਗੋਸ਼ਤ ਪਕਾਉਂਦੀ ਹੈ ਕਿ ਲੋਕ ਨਾ ਜਿਹੜੇ ਉਹ ਬਾਕਾਇਦਾ ਮੈਨੂੰ ਕਹਿੰਦੇ ਨੇ ਕਿ ਅਗਰ आपने हमारे लिए कुछ करना है ना तो बाजी को कहें वो करेले गोश्त बना के हमें। कुदरत है कोई ऐसा निज़ाम है। और बाखुदा मैं अपनी वाइफ करके नहीं गल कर रहा, वो पकांदी बहुत अच्छे कुदरती। ਤੇ ਤੁਹਾਨੂੰ ਕਰੇਲੇ ਗੋਸ਼ਤ ਫੇਵਰਟ ਨੇ ਤੁਹਾਡੇ? ਮੇਰੇ ਮੈਂ ਤੇ ਐਵੇਂ ਤੁਹਾਨੂੰ ਗਲਤ ਗੱਲ ਕਰਾਂ, ਮੇਰੇ ਤੇ ਨਾ ਜੋ ਵੀ ਆ ਜਾਏ ਮੈਂ ਉਹਦਾ ਸ਼ੁਕਰ ਕਰਨਾ। ਵਾਹ ਜੀ ਵਾਹ, ਸੁਭਾਨ ਅੱਲਾਹ, ਬਹੁਤ ਵੱਡੀ ਗੱਲ। ਜੋ ਵੀ ਮਿਲ ਜਾਏ ਅੱਲਾਹ ਤਾਲਾ ਬਸ ਮੈਨੂੰ ਰਿਜ਼ਕ ਹਲਾਲ ਦੇ ਦੇਵੇ ਤੇ ਉਹ ਮੇਰੇ ਚਟਨੀ ਵੇ ਤੇ ਮੈਂ ਖੁਸ਼ ਹੋ ਖਾਣਾ ਕਿ ਅੱਲਾਹ ਤੇਰਾ ਸ਼ੁਕਰ ਹੈ, ਇਹ ਮੈਂ ਮਿਹਨਤ ਕਰਕੇ ਅੱਲਾਹ ਨੇ ਮੈਨੂੰ ਦਿੱਤੀ। ਕਿ ਫੀਲਡ 'ਚ ਤੁਸੀਂ ਬੜਾ ਫਿਰੇ, ਇੱਕ ਬੜੇ ਵੱਡੇ ਨਾਮਵਰ ਆਰਟਿਸਟਾਂ ਵਿੱਚ ਵੀ ਹਰ ਤਰ੍ਹਾਂ ਦੇ ਮਾਮਲਾਤ 'ਚ, ਤੇ ਇਹ ਜਿਹੜਾ ਇਸ਼ਕ ਹੁੰਦਾ ਹੈ ਤੇ ਫਿਤਰੀ ਅਮਲ ਹੈ ਨਾ, ਇਹ ਹੋਇਆ ਤੁਹਾਨੂੰ ਕਿਤੇ? ਇੱਕ ਆਲਮ ਹੁੰਦਾ ਹੈ, ਜਵਾਨੀ ਦਾ ਆਲਮ ਹੁੰਦਾ ਹੈ। ਲੇਕਿਨ ਮੈਂ ਨਾ ਤੁਹਾਨੂੰ ਸੱਚੀ ਦਿਲ ਦੀ ਗੱਲ ਦੱਸਾਂ ਕਿ ਸਭ ਤੋਂ ਤੇ ਜ਼ਿਆਦਾ ਮੇਰਾ ਜਿਹੜਾ ਸੀ ਨਾ ਸਿਸਟਮ ਉਹ ਮੇਰੀ ਵਾਲਦਾ ਨਾਲ ਸੀ, ਵਾਲਦ ਨਾਲ ਵੀ ਸੀ। ਤੇ ਮੈਨੂੰ ਨਾ ਕਿ ਮੇਰੇ ਨਾਲ ਨਾਂ ਬਹੁਤ ਵੱਡਾ ਸੀ ਤਾਲਬ ਹੁਸੈਨ ਜਾਫਰੀ, ਕਿਉਂ ਮੈਂ ਕਿਸੇ ਧਿਆਨ ਕਰਨਾ ਵੀ ਚਾਹੇ ਨਾ तो ਜਿਹੜੀ ਮੈਨੂੰ ਸੀ ਨਾ ਕਿ ਯਾਰ ਤੂੰ ਤਾਲਬ ਜਾਫਰੀ ਸਾਹਿਬ ਦਾ ਬੇਟਾ ਹੈ ਤੇ ਤੂੰ ਕੁਛ ਕਰਨਾ ਹੈ। ਜੀ 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 ਮੈਂ ਨਾ ਉਹਦੀ ਵਜ੍ਹਾ ਤੋਂ ਫਿਰ ਕਾਫੀ ਚੀਜ਼ਾਂ ਜਿਹੜੀਆਂ ਅਵਾਇਡ ਕੀਤੀਆਂ ਕਿ ਨਹੀਂ ਮੈਨੂੰ ਨਾ ਇਹ ਕੰਮ ਕਰਨਾ ਹੋਏਗਾ ਕਿ ਮੈਂ ਤਾਲਬ ਜਾਫਰੀ ਸਾਹਿਬ ਦਾ ਬੇਟਾ। ਹਾਂ, ਯਾਨੀ ਕਿ ਕੋਈ ਐਸਾ ਕੋਈ ਮਿਹਣਾ ਨਾ ਵੱਜੇ ਕਿ ਯਾਰ ਤੂੰ ਇਹ ਕੀ ਕੀਤਾ। ਨਹੀਂ, ਫਿਰ ਉਹਦਾ ਪਤਾ ਹੁੰਦਾ ਕਿ ਉਹ ਬੰਦਾ ਉਧਰ ਟੁਰ ਪਵੇ ਨਾ ਜੀ ਜੀ, ਤੇ ਫਿਰ ਉਹ ਕੰਮ ਹੋਰ ਦੇ ਹੋਰ ਨਿਕਲ ਆਉਂਦੇ ਨੇ। ਯਾਨੀ ਕਿ ਆਪਣੇ ਮਿਸ਼ਨ ਤੋਂ ਹਟ ਜਾਂਦਾ ਬੰਦਾ। ਬਿਲਕੁਲ ਮਿਸ਼ਨ ਕਾਇਮ ਰੱਖਣਾ ਚਾਹੀਦਾ ਹੈ, ਮੇਰੀ ਰਿਕੁਐਸਟ ਹੈ। ਠੀਕ ਹੈ, ਸਿਸਟਮ ਹੁੰਦੇ ਕਹਿੰਦੇ ਨੇ ਬਜ਼ੁਰਗ ਹਨੇਰੀਆਂ ਆਉਂਦੀਆਂ ਤੇ ਰੁੱਖ ਡੋਲ ਜਾਂਦੇ ਨੇ, ਇਹ ਤੇ ਗੱਲ ਕੋਈ ਨਹੀਂ ਹੁੰਦਾ ਹੈ, ਲੇਕਿਨ ਆਪਣਾ ਮਿਸ਼ਨ ਬੰਦੇ ਨੂੰ ਕਾਇਮ ਰੱਖਣਾ ਚਾਹੀਦਾ। ਉਹਦੇ 'ਚ ਬੰਦਾ ਜਿਹੜਾ ਨਾ ਫਿਰ ਕੋਈ ਮੰਜ਼ਿਲ ਤੇ ਪਹੁੰਚ ਜਾਂਦਾ ਹੈ। ਜਦੋਂ ਤੁਸੀਂ ਆਪਣੀ ਮੰਜ਼ਿਲ ਧਿਆਨ ਨਾ ਕੀਤਾ तो फिर तारे सिस्टम ख़राब हो जाते। अलामा साहब एक शायर ने बड़ा अच्छा कहने कि मंजिल से आगे बढ़कर मंजिल तलाश कर, मंजिल से आगे बढ़कर मंजिल तलाश कर, मिल जाए तुझको दरिया तो समंदर तलाश कर। हर शीशा टूट जाता है पत्थर की चोट से, पत्थर ही टूट जाए वो शीशा तलाश कर। वाह जी वाह, क्या बात उस्ताद जी, ਤੁਸੀਂ ਐਸਾ ਖੂਬਸੂਰਤ ਜਵਾਬ ਦਿੱਤਾ ਹੈ ਕਿ ਇਸ ਤੋਂ ਅੱਛਾ ਜਵਾਬ ਮੇਰਾ ਨਹੀਂ ਖਿਆਲ ਕਿ ਹੋਰ ਹੋ ਸਕਦਾ ਹੈ। ਤੇ ਯਾਨੀ ਕਿ ਤੁਸੀਂ ਇਹੋ ਜਿਹੀ ਕੋਈ ਹਨੇਰੀ ਆਈ ਵੀ ਤੁਸੀਂ ਆਪਣਾ ਮਿਸ਼ਨ ਡੋਲਣਾ ਨਹੀਂ। ਸ਼ਾਦੀ ਕਿਹੜੇ ਸਨ 'ਚ ਕੀਤੀ ਤੁਸੀਂ? शादी मैं तकरीबन 1900 कोई 88 1988 'ਚ ਸ਼ਾਦੀ ਕੀਤੀ ਤੇ ਇੱਕੋ ਹੀ ਕੀਤੀ? ਇੱਕੋ ਕਾਫੀ ਹੈ। ਨਹੀਂ, ਅਕਸਰ ਲੋਕ ਨਾ ਇੱਕ ਦੋ ਤਿੰਨ ਸਾਡੇ ਫੀਲਡ 'ਚ ਤੇ ਅਕਸਰ ਲੋਕਾਂ ਨੂੰ ਬਿਮਾਰੀ ਵੀ ਹੈ ਤੇ ਤੁਸੀਂ ਇੱਕੋ ਤੇ। ਲੇਕਿਨ ਉਹ ਪਤਾ ਕੀ ਕਿ ਉਹ ਸਾਡਾ ਕੁਝ ਖਾਨਦਾਨੀ ਐਸਾ ਸਿਸਟਮ ਹੈ। ਮੇਰੇ ਦਾਦਾ ਜੀ ਦੀ ਇੱਕ ਸ਼ਾਦੀ ਮੇਰੇ ਵਾਲਦ ਸਾਹਿਬ ਦੀ ਮੇਰੀ, ਅਸੀਂ ਉਸ ਅਸਲ 'ਚ ਨਾ ਸਾਨੂੰ ਜ਼ਿਆਦਾ ਹੁੰਦਾ ਕੰਮ ਕਰਨ ਦਾ ਸ਼ੌਕ, ਸ਼ਾਦੀਆਂ ਕਰਨ ਦਾ ਸ਼ੌਕ ਨਹੀਂ ਹੁੰਦਾ। ਅਸੀਂ ਕੁਝ ਕੰਮ ਕਰਨਾ ਹੁੰਦਾ, ਸਾਡਾ ਮਿਸ਼ਨ ਹੁੰਦਾ ਕੰਮ ਕਰੀਏ। ਤੇ ਉਹ ਸ਼ਾਦੀ ਉਹ ਲੋਕ ਕਰਦੇ ਕਿ ਜਿਹਨਾਂ ਕੋਲੋਂ ਕੋਈ ਮਿਸ਼ਨ ਨਹੀਂ ਹੁੰਦਾ ਉਹਨਾਂ ਦਾ। ਦੇਖੋ ਨਾ ਸ਼ਾਦੀਆਂ ਦਾ ਕੋਈ ਐਸੀ ਗੱਲ ਨਹੀਂ, ਕਰਨੀ ਚਾਹੀਦੀ। ਅਗਰ ਮੈਂ ਤਾਂ ਕਿਸੇ ਨੂੰ ਮਨਾ ਵੀ ਨਹੀਂ ਕਰਦਾ, ਲੇਕਿਨ ਤੁਸੀਂ ਆਪਣਾ ਜਿਹੜਾ ਤੁਹਾਡਾ ਮਿਸ਼ਨ ਹੈ ਉਹਨੂੰ ਜ਼ਰੂਰ ਬਰਕਰਾਰ ਰੱਖੋ। ਤੇ ਸ਼ਾਦੀਆਂ ਦਾ ਕੋਈ ਐਡਾ ਮਸਲਾ ਨਹੀਂ ਹੁੰਦਾ, ਔਰਤ ਸਭ ਇੱਕ ਜੈਸੀਆਂ ਨੇ, ਕੋਈ ਐਸਾ ਮਸਲਾ ਨਹੀਂ। ਉਸਤਾਦ ਜੀ ਦੇ ਕਹਿਣ ਦਾ ਮਕਸਦ ਹੈ ਕਿ ਜ਼ਿਆਦਾ ਸ਼ਾਦੀਆਂ ਲੋਕ ਕਰਦੇ ਨੇ ਜਿਨ੍ਹਾਂ ਕੋਲ ਹੋਰ ਮਿਸ਼ਨ ਕੋਈ ਨਹੀਂ ਹੁੰਦਾ, ਤਾਂ ਫਿਰ ਇਸ ਮਿਸ਼ਨ 'ਤੇ ਤੁਰ ਪੈਂਦੇ ਨੇ। ਤਾਂ ਜਿਨ੍ਹਾਂ ਕੋਲ ਮਿਸ਼ਨ ਹੋਰ ਬਹੁਤ ਹੁੰਦੇ ਨੇ ਉਹ ਫਿਰ ਇੱਕ ਸ਼ਾਦੀ 'ਤੇ ਉਕਤਫਾ ਕਰਦੇ ਨੇ। ਬਹੁਤ ਅੱਛੇ। ਅੱਛਾ ਉਸਤਾਦ ਜੀ, ਗੌਰਮੈਂਟ ਹਕੂਮਤ ਪਾਕਿਸਤਾਨ, ਪਿਛਲੀਆਂ ਹਕੂਮਤਾਂ ਜਾਂ ਇਸ ਟਾਈਮ ਜਿਹੜੀ ਗੁਜ਼ਰੀ ਹੈ ਹਕੂਮਤ, ਤੁਹਾਡੇ ਖਿਆਲ 'ਚ ਆਰਟਿਸਟਾਂ ਦੇ ਹੱਕ 'ਚ ਕਿਹੜੀ ਹਕੂਮਤ ਠੀਕ ਰਹੀ
ਤੇ ਕਿੰਨੇ ਜ਼ਿਆਦਾ ਆਰਟਿਸਟਾਂ ਨੂੰ ਸਪੋਰਟ ਕੀਤਾ ਜਾਂ ਇਸ ਟਾਈਮ ਜਿਹੜੀ ਸਾਡੀ ਮੌਜੂਦਾ ਹਕੂਮਤ ਹੈ ਆਰਟਿਸਟਾਂ ਨੂੰ ਕੋ ਸਪੋਰਟ ਕਰ ਰਹੀ ਹੈ ਤੁਹਾਡੇ ਖਿਆਲ 'ਚ? बिल्कुल जनाब इमरान साहब वज़ीर आज़म साहब ने और वो बहुत कर रहे हैं आर्टिस्टां ਦਾ ਖਿਆਲ। ਹੁਣ ਵਜ਼ੀਰ ਆਲਾ ਸਾਹਿਬ ਨੇ ਵੀ ਆਰਟਿਸਟਾਂ ਨੂੰ ਬਹੁਤ ਵਜ਼ੀਰਾਈ ਦਿੱਤੀ। ਉਹਨਾਂ ਨੇ ਕਿਹਾ ਕਿ ਆਰਟਿਸਟਾਂ ਨੂੰ ਅਸੀਂ ਕੋਈ ਫੰਡਸ ਵਗੈਰਾ ਦਿੰਦੇ ਹਾਂ। ਔਰ ਹਕੂਮਤਾਂ ਤੇ ਦੇਖੋ ਅਸੀਂ ਸਿਆਸਤਦਾਨ ਲੋਕ ਤੇ ਹੁੰਦੇ ਨੇ ਨਾ, ਸਾਨੂੰ ਸਿਆਸਤ ਦਾ ਕੋਈ ਸਾਨੂੰ ਪਤਾ ਲੱਗੇ। ਅਸੀਂ ਤੇ ਜਿਹੜਾ ਵੀ ਬਾਦਸ਼ਾਹ ਆ ਜਾਏ ਉਹਦੀ ਕਰਨੀ, ਕਿਉਂਕਿ ਸਾਡੇ ਵਾਸਤੇ ਉਹ ਸਾਡੇ ਮੁਲਕ ਦਾ ਵਜ਼ੀਰ ਆਜ਼ਮ ਸਾਨੂੰ ਉਹਦੀ ਆਨਰ ਕਰਨੀ। ਔਰ ਬਹੁਤ ਅੱਛਾ ਕੰਮ ਕਰ ਰਹੇ ਨੇ ਇਮਰਾਨ ਸਾਹਿਬ। ਔਰ ਮੈਂ ਦੂਸਰਾ ਮੇਰੀ ਰਿਕੁਐਸਟ ਇੱਕ ਹੈ ਵੇ ਛੋਟੀ ਜਿਹੀ ਹੈ ਵੇ ਕਿ ਸਾਡੇ ਮੁਲਕ ਦੇ ਜਿਹੜੇ ਆਰਟਿਸਟ ਉਹਨਾਂ ਦੇ ਬਹੁਤ ਖਸਤਾ ਉਹਨਾਂ ਦੀ ਹਾਲਤ ਹੈ ਜੀ ਜੀ ਬਹੁਤ ਜ਼ਿਆਦਾ। ਤੇ ਮੈਂ ਰਿਕੁਐਸਟ ਨਾਲ ਹੀ ਕਹਾਂਗਾ ਕਿ ਉਹਨਾਂ ਲੋਕਾਂ ਨੂੰ ਵੀ ਜ਼ਰਾ ਕਰੋ ਕਿ ਜਿਹੜੇ ਲੋਕ ਬਿਲਕੁਲ ਹੀ ਸਫੈਦ ਪੋਸ਼ ਨੇ, ਜਿਹੜੇ ਸਾਹਮਣੇ ਵੀ ਆਉਣਾ ਨਹੀਂ ਚਾਹੁੰਦੇ, ਤੇ ਉਹਨਾਂ ਦੀ ਐਸੀ ਇਮਦਾਦ ਕੀਤੀ ਜਾਏ ਆਰਟਿਸਟਾਂ ਦੀ, ਕਿਉਂਕਿ ਇਹ ਸਰਮਾਇਆ ਮੁਲਕ ਦਾ। ਅਸੀਂ ਲੋਕ ਜਾ ਕੇ ਬਾਹਰ ਦੇ ਮੁਲਕ 'ਚ ਪਰਫਾਰਮ ਕਰਨੇ ਆ ਤੇ ਸਾਡੇ ਲੋਕ ਗੋਰੇ ਹੱਥ ਚੁੰਮਦੇ ਨੇ, ਉਹ ਸਾਡੀ ਇੰਨੀ ਪਜ਼ੀਰਾਈ ਕਰਦੇ ਨੇ ਤੇ ਗੁਸਤਾਖੀ ਨਾ ਸਮਝਣ। ਤੇ ਇੱਥੇ ਜ਼ਿਆਦਾ ਐਪਰੀਸ਼ੀਏਟ ਨਹੀਂ ਕੀਤਾ ਜਾਂਦਾ। ਔਰ ਜਿਹੜੇ ਕਲਾਸੀਕਲ ਲੋਕ ਨੇ ਜਿਨ੍ਹਾਂ ਨੇ ਜਾਨ ਮਾਰੀ, ਜਿਨ੍ਹਾਂ ਨੇ ਐਵੇਂ 50 ਲੱਖ ਰੁਪਏ ਲਾ ਕੇ ਤੇ ਉਹ ਗੁਲੂਕਾਰ ਬਣ ਗਏ, ਉਹਨਾਂ ਨੂੰ ਤੇ ਕਮੀ ਨਹੀਂ ਕਿਸੇ ਗੱਲ ਦੀ। ਅਸਲ 'ਚ ਤੇ ਉਹਨਾਂ ਜਿਨ੍ਹਾਂ ਦੇ 50 ਸਾਲ ਵਕਫ ਜ਼ਿੰਦਗੀ ਦਾ ਹਿੱਸਾ ਨੇ ਜਿਨ੍ਹਾਂ ਨੇ ਕੀਤਾ, ਉਹਨਾਂ ਲੋਕਾਂ ਦੀ ਹੌਸਲਾ ਅਫਜ਼ਾਈ ਕਰਨੀ, ਉਹਨਾਂ ਲੋਕਾਂ ਦੀ ਪਜ਼ੀਰਾਈ ਕਰਨੀ, ਉਹਨਾਂ ਲੋਕਾਂ ਨੂੰ, ਕਿਉਂਕਿ ਉਹ ਜਾ ਕੇ ਬਾਹਰ ਦੇ ਮੁਲਕਾਂ 'ਚ ਆਪਣੇ ਮੁਲਕ ਦਾ ਨਾਮ ਰੋਸ਼ਨ ਕਰਦੇ ਨੇ। ਅੱਜ ਤੁਸੀਂ ਕੰਮ ਹੋ ਜਾਏ ਸ਼ੁਰੂ ਇੰਡੀਆ ਜਾਂ ਪਾਕਿਸਤਾਨ ਦਾ, ਤੇ ਉਹਨਾਂ ਲੋਕਾਂ ਨੇ ਸਵਾਲ ਜਵਾਬ ਦੇਣੇ ਨੇ, ਉਹਨਾਂ ਲੋਕਾਂ ਜਿਹੜੇ 50 ਲੱਖ ਲੈ ਰਹੇ ਆ, ਜਿਹਨੇ 50 ਉਹਨਾਂ ਦਾ ਜਵਾਬ ਦਾ ਪਤਾ ਹੈ। ਔਰ ਇਲਮ ਮੇਰੀ ਰਿਕੁਐਸਟ ਹੈ کہ آقا دو جان سرور کائنات محمد مصطفیٰ صلی اللہ علیہ وسلم دا فرمان ہے کہ علم حاصل کرو، اور جڑے علم والے لوگ انہاں دی قدر کرنی چاہیے۔ علم والے لوگ دی قدر، علامہ صاحب دی مزار تے انہوں بھی پیر ہے سلوٹ وجدے ہیں، انہاں دی دولت نوں نہیں وجدے، انہاں دی علم نوں وجدے تے علم حاصل کرنا چاہیے۔ نام تے بڑا لوکاں دا ہو جاندا ہے لیکن علم نہیں ہوندا۔ ٹھیک ہے جڑے گلوکار نے اچھا کر رہے ہیں، گا رہے ہیں، بہت اچھی گل ہے، پیسے بھی بہت زیادہ کما رہے ہیں، لیکن انہوں نے چاہیے کہ وہ کم بھی سیکھن، کوئی تھوڑا بہتا کوئی جڑا ساڈا ایسٹرن کلاسیکل میوزک ہے یا لائٹ کلاسیکل میوزک، وہ تھیوری انہوں نے تھوڑا بہت آنی چاہیے۔ خالی پیسے کمان کا تعلق نہیں ہے، انہوں نے کرنا چاہیے۔ ایک گانا ہٹ ہوگا دوجا گانا نہیں بنتا، کیوں نہیں بنتا؟ کیونکہ اگے سیکھے نہیں۔ وہ کہتے ایک گانا کافی، میں 40-50 لاکھ روپے لے رہا بس ٹھیک گانا میرا ہٹ ہوگا، نہیں بھائی یہ نہیں ہوں۔ جس طرح نصرت فتح علی خان صاحب کلاسیکل سنگر سن، انہوں نے نویں تو نواں کام کیتا۔ اس طرح جڑے اور بھی جڑے کلاسیکل جڑے ہوندے نے سنگر، جی شفقت ہے بہت اچھے ماشاء اللہ، کچھ نہ کچھ ہوندا ہی رہندا انہاں دا، کیونکہ انہاں کو بیسک ہی ایسے جی راغب صاحب نے انہاں کو بھی بیسک ہی ہے ایسے کہتے۔ اور میری ریکویسٹ ہے انہاں لوکاں جڑے میوزک نو پسند کردے نے یا میوزک کرنا چاہندے نے، وہ سنگر بننا یا میوزیشین بننا، تو انہوں باقاعدہ تھیوری سیکھنی چاہیے، انہوں وہ صحیح وہ جو طریقہ ہے وہ الف بے انہوں یاد کرے، پھر وہ مضبوطی ہے، پھر وہ بیس بنے گی، پھر وہ اچھا ایک سنگر ہو۔ پاکستان جو میوزک پھر کٹ نہیں ہوتا، میوزک زیادہ آئے گا اور لوگوں تک بچیاں تک بھی اچھا میوزک پہنچے گا۔ مہربانی۔ یعنی کہ پروگرام کے سٹارٹ میں جی گل کی کہ بنا مرشدہ راہ نہیں ہاتھ ہوندے، دودھاں باز نارے جی دی کھیر سائیں، استاد ہوراں نے اس گل تے ایک بڑا زبردست بڑا لمحہ جواب دیتا ہے کہ سکھو ضرور، خواہ تھوڑا سکھو زیادہ سکھو، لیکن کم از کم جو تھی کرنا چاہ رہے ہو تھوڑے کم چ نظر آنا۔ تو حکومت اگے انہوں نے جی اپیل کی بہت شاندار ہے کہ انہوں لوگ آرٹسٹاں نوں سپورٹ کی ضرورت نہیں جڑے 50 لاکھ روپیہ لا کے سنگر بن گئے نے بغیر سکھیو۔ سپورٹ دی انہوں آرٹسٹاں نوں ضرورت ہے جنہوں نے 50 سال جان ماری، کم سکھیا تے پوری دنیا تے پاکستان دا نام پہنچایا۔ اگر وہ قسم پسری دی حالت نے، وہ سفید پوشی دے وچ اپنا وہ کسی اگے کوئی منگ بھی نہیں سکتے، تو حکومت نوں چاہیے یہو جہے ہیرے لب کے تو انہوں نے پالش کرے۔ تو پالش یہ ہوئی ہے کہ جدوں اس ہیرے دا پیٹ بھریا ہوئے گا تو آٹومیٹک کو پالش ہی پالش ہے، ٹھیک ہے، تو بھوکے ڈیڑھ دے کچھ بھی نہیں ہوتا۔ اچھا استاد جی، میں دیکھ رہا پچھلے 5-10 سال تو کہ تہاڈا کلام اقبال والے پاسے بے شمار رغبت ہے، بلکہ پچھلے دنوں میں دیکھا کہ تمہیں ایوارڈ دیتا گیا ماشاء اللہ ہائی کورٹ بار والوں، تو غالباً جج صاحب سن کی نام سے جج صاحب دا جسٹس جواد حسن، جس سے جواد حسن صاحب تمہیں ایوارڈ دے رہے سن، تو کلام اقبال والے پاسے اتنی زیادہ رغبت کیویں ہوئی تہاڈی؟ وہ میں تھے ایک نا گلبرگ سینٹر سی دبستان اقبال،
ਉਹ ਆਰਟ ਦਾ ਬੜਾ ਅੱਛਾ ਇਦਾਰਾ ਹੈ। ਉੱਥੇ ਮੈਨੂੰ ਐਜ਼ ਏ ਪ੍ਰੋਫੈਸਰ ਕਲਾਸੀਕਲ ਮਿਊਜ਼ਿਕ ਦਾ ਜੀ ਜੀ ਮੈਂ ਉੱਥੇ ਬੱਚਿਆਂ ਨੂੰ ਕਲਾਸੀਕਲ ਮਿਊਜ਼ਿਕ ਸਿਖਾ ਸਿੰਗਿੰਗ ਕਲਾਸੀਕਲ ਸਿੰਗਿੰਗ ਮੈਂ ਸਿਖਾ ਰਿਹਾ ਸੀ। ਜੀ ਉੱਥੇ ਇੱਕ ਇਰਫਾਨ ਕੁਰੈਸ਼ੀ ਸਾਹਿਬ ਨੇ ਜਿਹੜੇ ਕਿ ਬਹੁਤ ਅੱਛੇ ਆਰਟ ਨਾਲ ਉਹਨਾਂ ਦਾ ਤਲਕ ਹੈ, ਕਿਤਾਬਤ ਵਗੈਰਾ ਬਹੁਤ ਅੱਛੀ ਕਰਦੇ। ਉਹਨਾਂ ਨੇ ਸੋਨੇ ਦੀ ਸਿਆਹੀ ਨਾਲ ਕਲਾਮ ਇਕਬਾਲ ਲਿਖਿਆ। ਵਾਹ ਵਾਹ ਉਹ ਮੈਨੂੰ ਕਹਿਣ ਲੱਗੇ ਲਾਲੀ ਸਾਹਿਬ ਤੁਹਾਡੀ ਆਵਾਜ਼ ਬਹੁਤ ਅੱਛੀ ਔਰ ਤੁਸੀਂ ਕਲਾਸੀਕਲ ਵੀ ਹੋ, ਤੁਸੀਂ ਕਲਾਮ ਇਕਬਾਲ ਕਿਉਂ ਨਹੀਂ ਪੜ੍ਹਦੇ? ਮੈਂ ਕਿਹਾ ਜੀ ਮੈਂ ਪੜ੍ਹ ਲਾਂਗਾ। ਮੈਂ ਉਹ ਫਿਰ ਮੈਂ ਉੱਥੋਂ ਮੇਰਾ ਸਟਾਰਟ ਹੋਇਆ ਅਤੇ ਮੈਂ ਫਿਰ ਜਿੱਥੇ ਵੀ ਪਰਫੋਰਮ ਕੀਤੀ ਲੋਕਾਂ ਨੇ ਮੈਨੂੰ ਪਸੰਦ ਕੀਤਾ। ਫਿਰ ਦਬਿਸਤਾਨ ਇਕਬਾਲ ਹੈਗਾ ਜਿਸ 'ਚ ਜਵੇਦ ਇਕਬਾਲ ਸਾਹਿਬ ਦਾ ਗੁਲਬਰਗ 'ਚ, ਉੱਥੇ ਮੈਂ ਕੋਈ 3 ਸਾਲ 4 ਸਾਲ ਮੈਂ ਉੱਥੇ ਕਲਾਸਾਂ ਲਈਆਂ ਨੇ ਔਰ ਬੱਚਿਆਂ ਨੂੰ ਸਿਖਾਇਆ ਔਰ ਉਹਨਾਂ ਨੇ ਮੈਨੂੰ ਬਹੁਤ ਨਵਾਜ਼ਿਆ। ਮੀਆਂ ਯੂਸਫ ਇਕਬਾਲ ਸਲਾਹੁਦੀਨ ਸਾਹਿਬ ਉਹਨਾਂ ਨੇ ਮੈਨੂੰ ਉਸ ਅਦਾਰੇ 'ਚ ਰੱਖਿਆ ਕਿ ਤੁਸੀਂ ਹੁਣ ਵੀ ਮੇਰੇ ਅਦਾਰਾ ਹੋ, ਮੇਰਾ ਨਾਂ ਉਹਨਾਂ ਦਾ ਤਲਕ ਹੈ, ਲਿੰਕ ਹੈ ਉਹਨਾਂ ਨਾਲ, ਮੈਂ ਉਹਨਾਂ ਦੇ ਰੈਫਰੈਂਸ ਨਾਲ ਹੀ ਸਾਰੇ ਕੰਮ ਕਰ ਰਿਹਾ। ਜੀ ਜੀ ਫਿਰ ਜਿਹੜੇ ਵਲੀਦ ਇਕਬਾਲ ਸਾਹਿਬ ਨੇ ਉਹਨਾਂ ਨੇ ਬਕਾਇਦਾ ਮੈਨੂੰ ਬਹੁਤ ਜ਼ਿਆਦਾ ਨਵਾਜ਼ਿਆ ਔਰ ਮੈਂ ਉਹਨਾਂ ਨੂੰ ਉਹਨਾਂ ਦੇ ਦਾਦਾ ਜੀ ਦੀ ਨਜ਼ਰ ਦਿੱਤੀ ਕਿ ਇਹ ਤੁਹਾਡੇ ਦਾਦਾ ਜੀ ਦੀ ਨਜ਼ਰ ਹੈ, ਕਿਉਂਕਿ ਮੈਂ ਉਹਨਾਂ ਦਾ ਕਲਾਮ ਪੜ੍ਹ ਰਿਹਾ। ਤੇ ਉਹ ਕਹਿਣ ਲੱਗੇ ਕਿ ਮੈਂ ਕਿਹਾ ਅਸੀਂ ਲੋਕਾਂ ਕੋਲ ਲੈਂਦੇ ਹਾਂ ਲੇਕਿਨ ਤੁਹਾਨੂੰ ਦੇ ਰਹੇ ਹਾਂ ਕਿਉਂਕਿ ਇਹ ਤੁਹਾਡਾ ਹੱਕ ਬਣਦਾ ਹੈ। ਉਹ ਸਾਰੇ ਉਹ ਜਿਹੜੇ ਲੋਕ ਬੜੇ ਖੁਸ਼ ਹੋਏ, ਕਹਿੰਦੇ ਕਿ ਬੜੀ ਵੱਡੀ ਗੱਲ ਹੈ ਕਿ ਖਾਨ ਸਾਹਿਬ ਦੇ ਲੋਕ ਸਾਰੇ ਦਿੰਦੇ ਨੇ ਤੇ ਖਾਨ ਸਾਹਿਬ ਤੁਹਾਨੂੰ ਦੇਣੇ ਨੇ। ਮੈਂ ਕਿਹਾ ਜੀ ਬਣਦਾ ਇਹਨਾਂ ਦਾ ਮੈਂ ਕੀ ਕਰਾਂ। ਬਣਦਾ ਵੇਖੋ ਜੀ ਉਹਨਾਂ ਦਾ ਬਹੁਤ ਵੱਡਾ, ਬਲਕਿ ਦੁਨੀਆ ਤੇ ਲਾਮਾ ਇਕਬਾਲ ਦੀ ਕੋਈ ਹੋਇਆ ਨਾ, ਤੇ ਉਹਨਾਂ ਦਾ ਜਿਹੜਾ ਵੱਡਾ ਆਰਟ ਹੈ ਉਹਨਾਂ ਦਾ ਹੱਕ ਬਣਦਾ ਸੀ। ਉਹ ਪੋਤਰੇ ਨੇ ਉਹ ਵਲੀਦ ਇਕਬਾਲ ਸਾਹਿਬ, ਉਹਨਾਂ ਨੂੰ ਮੈਂ ਦਿੱਤੀ ਨਜ਼ਰ। ਬਿਲਕੁਲ ਉਹਨਾਂ ਕੋਈ ਨਜ਼ਰ ਦਾ ਮਤਲਬ ਹੁੰਦਾ ਕਿ ਮੈਨੂੰ ਇਜਾਜ਼ਤ ਮਿਲੀ ਉਸ ਕਾਰ ਤੋਂ। ਮੈਂ ਅਗਰ ਪੜ੍ਹ ਰਿਹਾ ਮੈਨੂੰ ਮੀਆਂ ਇਕਬਾਲ ਸਲਾਹੁਦੀਨ ਸਾਹਿਬ ਉਹਨਾਂ ਨੇ ਬਕਾਇਦਾ ਕਿਹਾ ਕਿ ਤੁਸੀਂ ਤੁਹਾਨੂੰ ਮੇਰੇ ਵੱਲੋਂ ਆਰਡਰ ਹੈ ਪੂਰੀ ਦੁਨੀਆ 'ਤੇ ਤੁਸੀਂ ਪੜ੍ਹੋ ਲਾਲੀ ਸਾਹਿਬ ਔਰ ਅੱਲਾ ਉਹਨਾਂ ਨੂੰ ਸਲਾਮਤ ਰੱਖੇ। ਬਹੁਤ ਪਿਆਰ ਕਰਨ ਵਾਲੇ ਲੋਕ। ਅੱਛਾ ਅਸੀਂ ਚਾਹਾਂਗੇ ਕਿ ਪ੍ਰੋਗਰਾਮ ਦਾ ਵੈਸੇ ਵੀ ਸਾਡਾ ਵੇਲਾ ਖਤਮ ਹੋਣ ਵਾਲਾ ਹੈ ਤੇ ਜਾਂਦੇ ਜਾਂਦੇ ਸਾਡੇ ਜਿਹੜੇ ਸੁਣਨ ਵਾਲੇ ਸਾਡੇ ਸਬਸਕ੍ਰਾਈਬਰ ਨੇ ਉਹਨਾਂ ਨੂੰ ਕਲਾਮ ਇਕਬਾਲ ਦੇ ਕੁਝ ਚੰਦ ਸ਼ੇਰ ਤੁਸੀਂ ਸੁਣਾ ਦਿਓ। कि मोहम्मद से वफा तूने तो हम तेरे हैं, ये जहाँ चीज है क्या लोहो कलम तेरे हैं। हर लहज़ाए मोमिन हर लहज़ाए मोमिन की नई शान नई हान, हर लहज़ाए मोमिन नई शान नई हान, गुफ्तार में किरदार में अल्लाह की बुरहान, हर लहज़ाए मोमिन। सत्तारियो गफ्फारियो कुदूसियो जमरू, सत्तारियो गफ्फारियो कुदूसियो जमरू, ये
چار عناصر ہو تو بنتا ہے مسلمان، یہ چار عناصر ہو تو بنتا ہے مسلمان، ہر لہجہ مومن۔ یہ راز کسی کو نہیں معلوم کہ مومن یہ راز کسی کو نہیں، بدن زمین پہ تو نیزے پہ تیرا سر دیکھا، حسین جب تجھے دیکھا بلند 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 تر دیکھا، یہ راز کسی کو نہیں معلوم کہ مومن کاری نظر آتا ہے، کاری نظر آتا ہے، حقیقت میں ہے قرآن، ہر لہجہ مومن کی نئی شان نئی آن، گفتار میں کردار میں اللہ کی برہان، ہر لہجہ مومن۔ جس سے جگرے لالا میں ٹھنڈک ہو وہ شبنم، جس سے جگرے لالا میں ٹھنڈک ہو وہ شبنم، دریاؤں کے دل جس سے دہل جائے وہ طوفان، دریاؤں کے دل جس سے دہل جائے وہ طوفان، ہر لہجہ مومن کی نئی شان نئی آن، گفتار میں کردار میں اللہ کی برہان، ہر لہجہ مومن۔ واہ واہ استاد جی، واہ واہ، کمال، ماشاء اللہ، کیا بات ہے۔